ਹਸਤ ਖੇਲਤ ਤੇਰੇ ਦੇਹੁਰੇ ਆਇਆ। ਪੁਸਤਕ ਦੇ ਵਿੱਚੋਂ ਅਗਲਾ ਵਿਅੰਗ। ਆਪਸੀ ਵਿਚਾਰਾਂ ਦੀ ਸਾਂਝ ਕਾਰਨ ਅਸੀਂ ਚਾਰ ਬੰਦੇ ਇੱਕੋ ਕਮਰੇ ਵਿੱਚ ਰਹਿੰਦੇ ਸਾਂ, ਭਾਵ ਕਿ ਬਠਿੰਡਾ ਜੇਲ੍ਹ ਦੇ ਵਿੱਚ। ਕਮਰਾ ਸੀ 10 ਜਰਬੇ 8 ਫੁੱਟ। ਅੰਦਰ ਹੀ ਉਸਦੇ ਲੈਟਰੀਨ। ਹਨੇਰਾ ਹੋਣ ਤੋਂ ਪਹਿਲਾਂ ਸਾਨੂੰ ਬੰਦ ਕਰ ਦੇਣਾ ਤੇ ਸੂਰਜ ਚੜ੍ਹੇ ਤੋਂ ਤਾਲੇ ਖੋਲ੍ਹਣੇ, ਸਾਨੂੰ ਬਾਹਰ ਕੱਢਣਾ। ਜੇਲ੍ਹ ਦੀ ਕੀ ਜ਼ਿੰਦਗੀ ਹੈ, ਨਰਕ ਹੀ ਤਾਂ ਹੈ। ਜੇ ਕਿਸੇ ਨੇ ਤਿਆਗ ਦਾ ਅਸਲੀ ਸਬਕ ਜੀ ਜਾਨ ਨਾਲ ਸਿੱਖਣਾ ਹੋਵੇ ਤਾਂ ਉਸ ਨੂੰ ਸਾਲ 2 ਸਾਲ ਜੇਲ੍ਹ ਦੇ ਵਿੱਚ ਜ਼ਰੂਰ ਟਾਈਮ ਕੱਟਣਾ ਚਾਹੀਦਾ ਹੈ। ਅਸਲੀ ਤਿਆਗ ਦਾ ਜਿਹੜਾ ਮਹਿਨਾ ਹੈ ਉਹ ਜੇਲ੍ਹਾਂ ਦੇ ਵਿੱਚ ਹੀ ਪਤਾ ਲੱਗਦਾ ਹੈ। ਜਿਵੇਂ ਸਾਧ ਬਾਬੇ ਤੇ ਪ੍ਰਚਾਰਕ ਤਿਆਗ ਦੀ ਡੌਂਡੀ ਪਿੱਟਦੇ ਨੇ, ਅਸਲੀ ਤਿਆਗ ਦੀ ਸਮਝ ਹੀ ਜੇਲ੍ਹ ਵਿੱਚ ਜਾ ਕੇ ਪੈਂਦੀ ਹੈ। ਇਹਨਾਂ ਨੂੰ ਚਾਹੀਦਾ ਹੈ ਕਿ ਲੋਕ ਹਿੱਤ ਵਿੱਚ ਸਰਕਾਰ ਦੀਆਂ ਵਧੀਕੀਆਂ ਵਿਰੁੱਧ ਮੋਰਚੇ ਲਾਉਣ। ਜੇ ਸਰਕਾਰ ਮੰਗਾਂ ਮੰਨ ਜਾਵੇ ਤਾਂ ਵਾਹ ਭਲਾ, ਲੋਕ ਖੁਸ਼ ਹੋਣਗੇ। ਜੇ ਨਾ ਮੰਨੇ ਤਾਂ ਜੇਲ੍ਹ ਭਰੋ, ਅੰਦੋਲਨ ਚਲਾਓ। ਅੰਦਰ ਰਹਿ ਕੇ ਤਿਆਗ ਦੇ ਸਹੀ ਅਰਥ ਸਮਝ ਆ ਜਾਣਗੇ। ਖੁਦ ਐਸ਼ੋ ਆਰਾਮ ਦੀ ਜ਼ਿੰਦਗੀ ਬਤੀਤ ਕਰਦੇ ਹਨ ਤੇ ਲੋਕਾਂ ਨੂੰ ਮੋਹ ਮਾਇਆ ਦੇ ਤਿਆਗ ਦੇ ਉਪਦੇਸ਼ ਕਰਦੇ ਹਨ। ਇਹ ਹੈ ਇਹਨਾਂ ਸਾਧਾਂ ਦੀ ਦੋਗਲੀ ਜ਼ਿੰਦਗੀ, ਭਾਵ ਕਿ ਸਭ ਕੁਝ ਤਿਆਗ ਦਿਓ ਭਾਈ, ਮੋਹ ਮਾਇਆ ਦੇ ਵਿੱਚ ਨਹੀਂ ਫਸੀਦਾ ਭਾਈ। ਤੇ ਜੇਲ੍ਹਾਂ 'ਚ ਜਾਓ, ਤੁਹਾਨੂੰ ਫਿਰ ਪਤਾ ਲੱਗੂ ਕਿ ਮੋਹ ਮਾਇਆ ਦਾ ਤਿਆਗ ਕਿਵੇਂ ਕਰੀਦਾ ਹੈ। ਇੱਕੋ ਕਮਰੇ ਵਿੱਚ ਅਸੀਂ 4 ਜਣੇ ਸਾਂ। ਦਾਸ ਇੰਦਰ ਸਿੰਘ ਘੱਗਾ, ਭਾਈ ਮੱਲ ਸਿੰਘ ਪਿੰਡ ਜੱਜਲ ਨੇੜੇ ਤਲਵੰਡੀ ਸਾਬੋ, ਭਾਈ ਗਜਿੰਦਰਪਾਲ ਸਿੰਘ ਪਿੰਡ ਨਈਆਂ ਵਾਲਾ ਨੇੜੇ ਗੋਨਿਆਣਾ ਮੰਡੀ, ਭਾਈ ਜਰਨੈਲ ਸਿੰਘ ਰਾਹੀ ਖਾਸ ਤਲਵੰਡੀ ਸਾਬੋ। ਭਾਈ ਮੱਲ ਸਿੰਘ ਊਚ ਕੋਟੀ ਦਾ ਅਨਪੜ੍ਹ ਵਿਦਵਾਨ ਸੀ, ਭਾਵ ਕਿ ਉਹ ਪੜ੍ਹਿਆ ਤਾਂ ਕੇਵਲ 8 ਜਮਾਤਾਂ ਸੀ, ਪਰ ਗਿਆਨ ਦਾ ਸਮੁੰਦਰ ਸੀ। ਸ਼ਕਲ ਵੇਖ ਕੇ ਉਸਨੂੰ ਕੋਈ ਅਕਲਮੰਦ ਮੰਨਣ ਲਈ ਵੀ ਤਿਆਰ ਨਹੀਂ ਸੀ। ਹੈ ਸੀ ਅਕਲ ਦਾ ਖਜ਼ਾਨਾ। ਕਮਜ਼ੋਰ ਸਰੀਰ, ਸਸਤੇ ਸਾਦੇ ਜਿਹੇ ਕੱਪੜੇ, ਦਮੇ ਦਾ ਮਰੀਜ਼, ਪੱਕਾ ਕਾਲਾ ਜਿਹਾ ਰੰਗ, ਢਿੱਲੀ ਜਿਹੀ ਪੱਗ। ਸਰਕਾਰ ਨੇ ਕੇਸ ਉਸ 'ਤੇ ਬਣਾਇਆ 124A, ਭਾਰਤ ਸਰਕਾਰ ਵਿਰੁੱਧ ਜੰਗ। ਹੱਦ ਹੋਊਗੀ। ਬਾਅਦ ਵਿੱਚ ਮੈਂ ਇਸ ਦੇ ਘਰ ਗਿਆ ਸਾਂ। ਮੱਲ ਸਿੰਘ ਦੇ ਘਰ ਇੱਕ ਵੱਡਾ ਕਮਰਾ ਦੁਰਲੱਭ ਕਿਤਾਬਾਂ ਦਾ ਭਰਿਆ ਹੋਇਆ ਵੇਖਿਆ। ਅਫਸੋਸ ਕਿ ਗਰੀਬੀ ਕਾਰਨ ਮੱਲ ਸਿੰਘ ਘਰ ਵਿੱਚ ਵਧੀਆ ਅਲਮਾਰੀਆਂ ਵੀ ਨਾ ਬਣਾ ਸਕਿਆ। ਕੁਝ ਕਿਤਾਬਾਂ ਤਾਕੀਆਂ ਵਾਲੀਆਂ ਅਲਮਾਰੀਆਂ ਵਿੱਚ ਰੱਖੀਆਂ ਸਨ, ਬਹੁਤੀਆਂ ਬੋਰੀਆਂ ਥੈਲਿਆਂ ਵਿੱਚ ਪਾਈਆਂ ਹੋਈਆਂ ਸਨ ਜੋ ਖਰਾਬ ਹੋ ਰਹੀਆਂ ਸਨ। ਚੂਹੇ ਕੁਤਰ ਰਹੇ ਸਨ। ਕਿਉਂਕਿ ਇਸ ਨੂੰ ਪੜ੍ਹਨ ਦਾ ਤਾਂ ਬਹੁਤ ਸ਼ੌਂਕ ਸੀ, ਪਰ ਅਫਸੋਸ ਕਿ ਉਹ ਕਿਤਾਬਾਂ ਜਿਹੜੀਆਂ ਲੈ ਆਉਂਦਾ ਸੀ ਉਹਨਾਂ ਨੂੰ ਸਾਂਭ ਨਹੀਂ ਸੀ ਸਕਦਾ। ਮੈਨੂੰ ਇੱਕ ਦਿਨ ਨੇ ਇਹ ਵੀ ਦੱਸਿਆ ਸੀ ਕਿ ਪੰਜਾਬੀ ਯੂਨੀਵਰਸਿਟੀ ਵਾਲੇ ਜੋ ਵਿਦਵਾਨ ਭਾਸ਼ਾ ਨਾਲ ਸੰਬੰਧਿਤ ਨੇ, ਤਾਂ ਇਹਨਾਂ ਨੇ ਇੱਕ ਅਖਬਾਰ ਦੇ ਵਿੱਚ ਦਿੱਤਾ ਸੀ ਕਿ ਜਿਹੜੇ ਵੀ ਥੋੜ੍ਹਾ ਬਹੁਤਾ ਇਸ ਪਾਸੇ ਦਿਲਚਸਪੀ ਰੱਖਦੇ ਨੇ ਉਹ ਸਾਨੂੰ ਪੰਜਾਬੀ ਦੇ ਜਿਹੜੇ ਦੁਰਲੱਭ ਸ਼ਬਦ ਨੇ ਉਹ ਭੇਜਿਆ ਕਰਨ, ਅਸੀਂ ਉਹਨਾਂ ਦਾ ਮਾਣ ਸਨਮਾਨ ਕਰਾਂਗੇ। ਭਾਈ ਮੱਲ ਸਿੰਘ ਨੇ ਵੀ ਬਹੁਤ ਸਾਰੇ ਸ਼ਬਦ ਲੱਭਾ ਕੇ ਪੰਜਾਬੀ ਯੂਨੀਵਰਸਿਟੀ ਨੂੰ ਭੇਜੇ ਤੇ ਉਹ ਇਹਨਾਂ ਨੇ ਪ੍ਰਵਾਨ ਕੀਤੇ ਕਿ ਹਾਂ ਸਾਡੀ ਇਹ ਖੋਜ ਦੇ ਵਿੱਚ ਨਹੀਂ ਆਏ ਸੀ, ਤਾਂ ਇਹਨੂੰ ਯੂਨੀਵਰਸਿਟੀ ਵੱਲੋਂ ਬੁਲਾ ਕੇ ਵੀ ਸਨਮਾਨਿਤ ਕੀਤਾ ਗਿਆ ਸੀ ਅਨਪੜ੍ਹ ਬੰਦੇ ਨੂੰ। 2008 ਵਿੱਚ ਭਾਈ ਮੱਲ ਸਿੰਘ ਦੀ ਮੌਤ ਹੋ ਗਈ। ਪਰਿਵਾਰ ਨੇ ਕਿਤਾਬਾਂ ਲੋਕਾਂ ਨੂੰ ਚੁਕਵਾ ਦਿੱਤੀਆਂ, ਕੁਝ ਲਾਇਬ੍ਰੇਰੀਆਂ ਵਾਲੇ ਆਪ ਲੈ ਗਏ। ਭਾਈ ਗਜਿੰਦਰਪਾਲ ਸਿੰਘ ਸਰਕਾਰੀ ਬੀਮਾ ਕੰਪਨੀ ਵਿੱਚ ਤਦੋਂ ਛੋਟਾ ਮੁਲਾਜ਼ਮ ਸੀ। ਇਸ 'ਤੇ ਵੀ ਮੇਰੇ ਨਾਲ ਹੋਣ ਕਰਕੇ 124A ਧਾਰਾ ਲਾ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ। ਜੇਲ੍ਹਬੰਦੀ ਦੌਰਾਨ ਹੀ ਇਸ ਦੇ ਪਿਤਾ ਦੀ ਮੌਤ ਹੋ ਗਈ। ਇਸ ਦੀ ਮਾਂ ਅਪਸੈਟ ਹੋ ਗਈ। ਘਰ ਦੀ ਸਾਰੀ ਤਾਣੀ ਉਲਝ ਗਈ। ਸਰਕਾਰ ਵੱਲੋਂ ਜਦੋਂ ਸੁਰਜੀਤ ਸਿੰਘ ਬਰਨਾਲਾ ਸਰਕਾਰ ਬਣੀ ਸੀ, ਸਾਡੇ ਕੇਸ ਵਾਪਸ ਲੈ ਲਏ ਗਏ। ਗਜਿੰਦਰਪਾਲ ਸਿੰਘ ਵੀ ਆਪਣੀ ਸਰਕਾਰੀ ਨੌਕਰੀ 'ਤੇ ਹਾਜ਼ਰ ਹੋ ਗਿਆ, ਪਰ ਇੰਨਾ ਮਨ ਦੇ ਵਿੱਚ ਦਹਿਸ਼ਤ ਬੈਠ ਗਈ ਕਿ ਦੁਬਾਰਾ ਕਥਾ ਜਾਂ ਲੈਕਚਰ ਕਰਨੇ ਛੱਡ ਹੀ ਗਿਆ। ਇਹ ਸਿਰਫ ਘਰੇਲੂ ਜ਼ਿੰਦਗੀ ਤੱਕ ਸੀਮਿਤ ਹੋ ਗਿਆ। ਅੱਜ ਕੱਲ੍ਹ ਤਾਂ ਕਲਾਸ 1 ਅਫਸਰ ਬਣ ਚੁੱਕਿਆ ਹੈ। ਇਸ ਦਾ ਇੱਕ ਬੇਟਾ ਪਾਇਲਟ ਬਣ ਚੁੱਕਿਆ ਹੈ। ਚੰਗਾ ਰੱਜਿਆ ਪੁੱਜਾ ਪਰਿਵਾਰ ਹੈ, ਗਿਆਨਵਾਨ ਵੀ ਹੈ, ਪਰ ਅਫਸੋਸ ਕਿ ਸਰਗਰਮ ਪ੍ਰਚਾਰਕ ਜ਼ਿੰਦਗੀ ਚਾਲੂ ਨਹੀਂ ਰੱਖ ਸਕਿਆ। ਇਸ ਦੀ ਜ਼ਿੰਦਗੀ ਉਹ ਜੇਲ੍ਹ ਨੇ ਡਾਵਾਡੋਲ ਕਰ ਦਿੱਤੀ। ਤੀਜਾ ਸੀ ਭਾਈ ਜਰਨੈਲ ਸਿੰਘ ਰਾਹੀ ਤਲਵੰਡੀ ਸਾਬੋ। ਇਹ ਅਜੀਤ ਅਖਬਾਰ ਦਾ
ਸਥਾਨਕ ਪੱਤਰਕਾਰ ਸੀ। ਪੁਲਿਸ ਨੇ ਸ਼ੱਕ ਦੇ ਆਧਾਰ ਤੇ ਇਸ ਨੂੰ ਵੀ ਫੜ ਕੇ ਬਠਿੰਡਾ ਜੇਲ੍ਹ ਭੇਜ ਦਿੱਤਾ। AP ਹੌਲੀ ਹੌਲੀ ਮੇਰੇ ਨੇੜੇ ਆ ਗਿਆ। ਸਾਡੇ ਕਮਰੇ ਵਿੱਚ ਇਸ ਦੀ ਗਿਣਤੀ ਅਸਲ ਵਿੱਚ ਰਿਹਾਇਸ਼ ਪਾ ਦਿੱਤੀ। ਮੈਨੂੰ ਇਸ ਨੇ ਦੱਸਿਆ ਕਿ ਮੇਰੀ ਇੰਨੀ ਮੰਦੀ ਹਾਲਤ ਨਸ਼ਾ ਨਾ ਮਿਲਣ ਕਰਕੇ ਹੋ ਗਈ ਹੈ। ਇਸ ਨੂੰ ਪ੍ਰੇਰਨਾ ਕਰਕੇ ਨਸ਼ੇ ਤੋਂ ਮੁਕਤ ਕੀਤਾ। ਕਈ ਵਾਰ ਜੇਲ੍ਹ ਦੇ ਡਾਕਟਰ ਤੋਂ ਸਲਾਹ ਲਈ, ਕਈ ਵਾਰ ਦਵਾਈਆਂ ਖਵਾਈਆਂ। ਮੈਨੂੰ ਪਿਆਰ ਵਿੱਚ ਭਿੱਜ ਕੇ ਜਰਨੈਲ ਸਿੰਘ ਬੇਬੇ ਜੀ ਕਿਹਾ ਕਰਦਾ ਸੀ। ਮੈਂ ਜਦੋਂ ਪੁੱਛਿਆ ਕਿ ਬਾਪੂ ਕਿਉਂ ਨਹੀਂ ਕਹਿੰਦਾ, ਆਖਣ ਲੱਗਾ, ਸਾਡੀ ਮਾਂ ਸਾਨੂੰ ਬਹੁਤਾ ਪਿਆਰ ਕਰਦੀ ਹੈ। ਅਸੀਂ ਸਾਰੇ ਭੈਣ ਭਰਾ ਮਾਂ ਨੂੰ ਬੇਬੇ ਜੀ ਕਹਿ ਕੇ ਬੁਲਾਉਂਦੇ ਹਾਂ। ਮੇਰੇ ਬਾਪੂ ਦਾ ਸੁਭਾਅ ਕੁਝ ਸਖਤ ਹੈ। ਤੁਸੀਂ ਮੈਨੂੰ ਮਾਂ ਵਾਲਾ ਪਿਆਰ ਅਤੇ ਮਾਂ ਵਾਲੀ ਸਿੱਖਿਆ ਦਿੱਤੀ ਹੈ, ਇਸ ਲਈ ਮੈਂ ਤੁਹਾਨੂੰ ਸਤਿਕਾਰ ਕਰਕੇ ਬੇਬੇ ਜੀ ਕਹਿਣ ਦੀ ਖੁੱਲ੍ਹ ਮੰਗੀ ਹੈ। ਇੱਕ ਦਿਨ ਜਰਨੈਲ ਸਿੰਘ ਕਹਿਣ ਲੱਗਾ, ਤੁਸੀਂ ਕਹਿੰਦੇ ਹੋ ਭੂਤ ਪ੍ਰੇਤ ਨਹੀਂ ਹੁੰਦੇ, ਪਰ ਸਾਡੇ ਘਰ ਵਿੱਚ ਮੇਰੀ ਸਕੀ ਭੈਣ ਵਿੱਚ ਓਪਰੀ ਹਵਾ ਜਾਂ ਭੂਤ ਆਉਂਦਾ ਹੈ। ਮੈਂ ਪੁੱਛਿਆ, ਭੂਤ ਆਉਣ ਦੇ ਪਹਿਲਾਂ ਲੱਛਣ ਤਾਂ ਦੱਸਦੇ ਕੀ ਨੇ? ਕਹਿਣ ਲੱਗਿਆ, ਭੈਣ ਉੱਚੀ ਉੱਚੀ ਬੋਲਣ ਲੱਗਦੀ ਹੈ, ਕਹਿੰਦੀ ਹੈ ਉਹ ਬਰਾਤ ਆ ਗਈ, ਵਾਜੇ ਵੱਜ ਰਹੇ ਹਨ, ਭੰਗੜਾ ਪੈ ਰਿਹਾ ਹੈ, ਗੀਤ ਗਾਏ ਜਾ ਰਹੇ ਹਨ, ਆ ਬਾਬਾ ਨਾਨਕ ਜੀ ਨੇ ਸ਼ਗਨ ਭੇਜਿਆ ਹੈ। ਉਹ ਗੁਰੂ ਨਾਨਕ ਦੀ ਫੋਟੋ ਦੇ ਪਿੱਛੇ ਕਦੀ 5 ਰੁਪਏ ਕਦੀ 10 ਰੁਪਏ ਚੁੱਕ ਕੇ ਸਾਨੂੰ ਦੇ ਦਿੰਦੀ ਹੈ। ਮੈਂ ਪੁੱਛਿਆ, ਬੀਬੀ ਦੀ ਭਲਾ ਉਮਰ ਕਿੰਨੀ ਹੈ? ਕਹਿਣ ਲੱਗਾ, ਕਰੀਬ 25-26 ਸਾਲ ਹੈ। ਵਿਆਹ ਕਿਉਂ ਨਹੀਂ ਕੀਤਾ? ਕਹਿਣ ਲੱਗਾ, ਚੰਗਾ ਲੜਕਾ ਨਹੀਂ ਮਿਲਿਆ, ਘਰ ਵਿੱਚ ਤੰਗੀ ਵੀ ਕਾਫੀ ਹੈ। ਮੈਂ ਉਸ ਨੂੰ ਆਖਿਆ, ਪੁੱਤਰਾ 26 ਸਾਲ ਦੀ ਲੜਕੀ ਹੋ ਗਈ, ਤੰਗੀ ਦਾ ਜਾਂ ਕੋਈ ਹੋਰ ਬਹਾਨਾ ਕਾਮ ਵਾਸ਼ਨਾ ਨੂੰ ਸ਼ਾਂਤ ਨਹੀਂ ਕਰ ਸਕੇਗਾ। ਜਦੋਂ ਉਹ ਭੂਤ ਦੇ ਬਹਾਨੇ ਸਾਫ਼ ਦੱਸ ਰਹੀ ਹੈ ਤੁਹਾਨੂੰ ਕਿ ਬਰਾਤ ਆ ਗਈ, ਵਾਜੇ ਵੱਜ ਰਹੇ ਨੇ, ਭੰਗੜੇ ਪੈ ਰਹੇ ਨੇ, ਤੁਸੀਂ ਕਿੰਨੇ ਨਾ ਸਮਝ ਹੋ, ਉਸ ਦੀ ਗੱਲਾਂ ਦੇ ਇਸ਼ਾਰਿਆਂ ਨੂੰ ਸਮਝਦੇ ਹੀ ਨਹੀਂ। ਜਿਹੜੇ 5-10 ਰੁਪਏ ਬਾਬਾ ਜੀ ਦੀ ਫੋਟੋ ਪਿੱਛੇ ਮਿਲਦੇ, ਉਹ ਦੱਸਦੀ ਹੈ ਘਰੋਂ ਚੁੱਕ ਕੇ ਉਸਨੇ ਖੁਦ ਹੀ ਕਿਸੇ ਵੇਲੇ ਰੱਖੇ ਹੁੰਦੇ ਨੇ। ਉਹ ਕਹਿਣਾ ਚਾਹੁੰਦੀ ਹੈ, ਰੱਬ ਦਾ ਵਾਸਤਾ ਜੇ ਭਾਵੇਂ ਸਸਤੇ ਤੋਂ ਸਸਤਾ 5-10 ਰੁਪਏ ਵਾਲਾ ਵਿਆਹ ਕਰ ਦਿਓ, ਮੇਰਾ ਮਨ ਕਾਬੂ ਨਹੀਂ ਹੈ। ਜਰਨੈਲ ਸਿੰਘ, ਜੇ ਤੁਸੀਂ ਛੇਤੀ ਉਸ ਧੀ ਦਾ ਵਿਆਹ ਨਾ ਕੀਤਾ, ਜਾਂ ਪਾਗਲ ਹੋ ਜਾਵੇਗੀ, ਜਾਂ ਕਿਸੇ ਮੁੰਡੇ ਨਾਲ ਘਰੋਂ ਭੱਜ ਜਾਵੇਗੀ, ਜਾਂ ਚੋਰੀ ਛੁਪੇ ਆਪਣੀ ਕਾਮ ਭੁੱਖ ਪੂਰੀ ਕਰੇਗੀ। ਉਸਦੇ ਤਾਂ ਮਾਨੋਂ ਸੁਣ ਕੇ ਹਵਾਸ਼ ਉੜ ਗਏ। ਮੁਲਾਕਾਤ ਵਾਸਤੇ ਆਈ ਆਪਣੀ ਮਾਂ ਨੂੰ ਉਸਨੇ ਖੁਦ ਗੱਲਾਂ ਦੱਸੀਆਂ। ਬਾਕੀ ਸਾਰਾ ਬਿਰਤਾਂਤ ਮੈਥੋਂ ਬਿਆਨ ਵੀ ਕਰਵਾਇਆ, ਕਿਉਂਕਿ ਜਦੋਂ ਅਸੀਂ ਪੇਸ਼ੀ 'ਤੇ ਜਾਂਦੇ ਸਾਂ ਅਦਾਲਤ ਦੇ ਵਿੱਚ, ਤਾਂ ਉੱਥੇ ਸਾਡੇ ਮੁਲਾਕਾਤੀ ਆ ਜਾਂਦੇ ਸਨ ਅਤੇ ਪੁਲਿਸ ਵਾਲੇ ਵੀ ਉਦੋਂ ਨਰਮੀ ਵਰਤਦੇ ਸਨ ਅਤੇ ਸਾਨੂੰ ਆਪਣੇ ਪਰਿਵਾਰਾਂ ਨਾਲ ਮਿਲਣ ਦੀ ਖੁੱਲ੍ਹੀ ਛੁੱਟੀ ਦੇ ਦਿੰਦੇ ਸਨ। ਭਾਵੇਂ ਦੂਰ ਤਾਂ ਪਾਸੇ ਅਸੀਂ ਨਹੀਂ ਜਾ ਸਕਦੇ ਸੀ, ਉੱਥੇ ਹੀ ਬੈਠ ਕੇ ਆਪਣੇ ਪਰਿਵਾਰਾਂ ਨਾਲ ਗੱਲਾਂ ਬਾਤਾਂ ਕਰ ਸਕਦੇ ਸਾਂ। ਮਹੀਨੇ ਕੁ ਮਗਰੋਂ ਲੜਕੀ ਦੇ ਹੱਥ ਪੀਲੇ ਕਰਕੇ ਸਹੁਰੇ ਘਰ ਤੋਰ ਦਿੱਤੀ। ਉਸਦੇ ਸਾਰੇ ਭੂਤ ਪ੍ਰੇਤ ਉੜ ਗਏ, ਸੁਖੀ ਵਸਦੀ ਹੈ। 1.25 ਸਾਲ ਦੀ ਜੇਲ੍ਹ ਯਾਤਰਾ ਤੋਂ ਮਗਰੋਂ ਸਾਨੂੰ ਰਿਹਾ ਕਰ ਦਿੱਤਾ ਗਿਆ। ਕੇਸ ਵਾਪਸ ਲੈ ਲਏ ਤਾਂ ਅਸੀਂ ਆਪੋ ਆਪਣੇ ਘਰੀਂ ਚਲੇ ਗਏ। ਕਈ ਸਾਲ ਤੱਕ ਜਰਨੈਲ ਸਿੰਘ ਮੈਨੂੰ ਫੋਨ ਕਰਦਾ ਰਿਹਾ, ਕਦੀ ਕਦਾਈ ਮਿਲਦਾ ਰਿਹਾ, ਬਹੁਤ ਸਤਿਕਾਰ ਕਰਦਾ ਰਿਹਾ। ਜਿੰਨਾ ਹੋ ਸਕਿਆ ਮੈਂ ਉਸ ਨੂੰ ਮੱਤ ਦਿੰਦਾ ਰਿਹਾ। ਇੱਕ ਦਿਨ ਮੇਰੇ ਘਰ ਪਟਿਆਲੇ ਜਰਨੈਲ ਸਿੰਘ ਆ ਗਿਆ। ਮੈਂ ਪੁੱਤਰ ਜਾਣ ਕੇ ਹਰ ਤਰ੍ਹਾਂ ਦੀ ਉਸਦੀ ਖਾਤਰਦਾਰੀ ਕੀਤੀ। ਉਹ ਬੜੀ ਅਧੀਨਗੀ ਵਿੱਚ ਕਹਿਣ ਲੱਗਿਆ, ਅੱਜ ਕੱਲ੍ਹ ਕੰਪਿਊਟਰ ਤੋਂ ਬਗੈਰ ਪੱਤਰਕਾਰੀ ਨਹੀਂ ਹੋ ਸਕਦੀ। ਮੇਰੇ ਕੋਲ ਕੰਪਿਊਟਰ ਹੋਵੇ ਤਾਂ ਮੈਨੂੰ ਦਫ਼ਤਰ ਸਮੇਤ ਚੰਗੀ ਤਨਖਾਹ ਅਖਬਾਰ ਵੱਲੋਂ ਮਿਲ ਸਕਦੀ ਹੈ। ਤੁਸੀਂ ਮੇਰੀ ਮਾਂ ਤੇ ਬਾਪ ਹੋ। ਜਿੰਨੀ ਛੇਤੀ ਹੋ ਸਕਿਆ ਮੈਂ ਤੁਹਾਨੂੰ ਪੈਸੇ ਵਾਪਸ ਕਰ ਦਿਆਂਗਾ। ਮੈਨੂੰ 20,000 ਰੁਪਈਆ ਦੇ ਦਿਓ। ਮੇਰੀ ਨਿਮਰਤਾ ਸਹਿਤ ਜੋਦੜੀ ਹੈ, ਮਿੰਨਤ ਹੈ। ਮੈਂ ਆਪਣੀ ਜੀਵਨ ਸਾਥਣ ਨਾਲ ਸਲਾਹ ਕੀਤੀ। ਅਸੀਂ 20,000 ਤਾਂ ਨਾ ਸਹੀ 10,000 ਰੁਪਏ 'ਤੇ ਸਹਿਮਤ ਹੋ ਗਏ, ਕਿਉਂਕਿ 20,000 ਸਾਡੇ ਲਈ 15-16 ਸਾਲ ਪਹਿਲਾਂ ਬਹੁਤ ਵੱਡੀ ਰਕਮ ਸੀ। ਮੈਂ ਮਹਿਸੂਸ ਕੀਤਾ ਕਿ ਅਗਰ ਸਿੱਖ ਹੀ ਸਿੱਖ ਦੀ ਮਦਦ ਨਹੀਂ ਕਰੇਗਾ, ਫਿਰ ਹੋਰ ਕੌਣ ਕਰੇਗਾ? ਨਾਲੇ ਇਹ ਤਾਂ ਕਿੰਨੀ ਦੇਰ ਤੋਂ ਪੁੱਤਰਾਂ ਵਰਗਾ ਪਿਆਰ ਕਰਦਾ ਆ ਰਿਹਾ ਹੈ। ਮੈਂ ਉਸ ਨੂੰ 10,000 ਰੁਪਏ ਦੇ ਦਿੱਤੇ ਅਤੇ ਉਸ ਤੋਂ ਬਾਅਦ ਬਹੁਤ ਵਾਰੀ ਫੋਨ ਕੀਤੇ, ਬਹੁਤ ਵਾਰੀ ਉਸਦੇ ਘਰ ਗਿਆ, ਕਈ ਵਾਰੀ ਬਠਿੰਡੇ ਵਾਲੇ ਦੋਸਤਾਂ ਮਿੱਤਰਾਂ ਨੂੰ ਉਸਦੇ ਘਰ ਭੇਜਿਆ। ਪਰ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਜਰਨੈਲ ਸਿੰਘ ਰਾਹੀ ਨੇ ਮੇਰੇ ਨਾਲ ਵਿਸ਼ਵਾਸਘਾਤ ਕਰ ਦਿੱਤਾ। ਬੇਬੇ ਜੀ ਕਹਿ ਕੇ ਪਿੱਠ ਵਿੱਚ ਛੁਰਾ ਮਾਰ ਗਿਆ। ਉਦੋਂ ਤੋਂ ਲੈ ਕੇ ਅੱਜ ਤੱਕ
15-16 ਸਾਲ ਤੋਂ ਮੈਂ ਸੋਚਦਾ ਆ ਰਿਹਾ ਹਾਂ, ਮਨਾ ਕਿਹੜੇ ਸਿੱਖ ਤੇ ਵਿਸ਼ਵਾਸ ਕਰੀਏ। ਮਾਮੂਲੀ ਰਕਮ ਤੇ ਜ਼ਮੀਰ ਮਾਰ ਲੈਣ ਵਾਲੇ ਅਗਰ ਕਦੀ ਵੱਡੇ ਅਹੁਦਿਆਂ ਤੇ ਬਿਰਾਜਮਾਨ ਹੋ ਜਾਣ, ਫਿਰ ਸਿੱਖੀ ਦਾ ਕੀ ਬਣੇ। ਵੈਸੇ ਬਹੁ ਗਿਣਤੀ ਮਰੀਆਂ ਜ਼ਮੀਰਾਂ ਵਾਲੇ ਹੀ ਵੱਡੇ ਅਹੁਦਿਆਂ ਤੇ ਬਿਰਾਜਮਾਨ ਹਨ। ਇਸੇ ਲਈ ਮਨੁੱਖਤਾ ਦਾ ਘਾਣ ਹੋ ਰਿਹਾ ਹੈ। ਤੁਸੀਂ ਸਾਵਧਾਨ ਰਹਿਣਾ ਹੈ। ਬੜੇ ਅਫਸੋਸ ਨਾਲ ਦੱਸਣਾ ਪੈ ਰਿਹਾ ਹੈ ਕਿ ਜਰਨੈਲ ਸਿੰਘ ਵੱਡਾ ਨਸ਼ੇੜੀ ਬਣ ਗਿਆ ਸੀ। ਉਸਨੇ ਆਪਣੀ ਸਿਹਤ ਵੀ ਬਰਬਾਦ ਕਰ ਲਈ, ਘਰ ਉਜਾੜ ਲਿਆ। ਸੰਨ 2014 ਵਿੱਚ ਉਸ ਦੀ ਮੌਤ ਵੀ ਹੋ ਗਈ। ਸਾਰੇ ਪਰਿਵਾਰ ਨੂੰ ਰੋਂਦਾ ਬਿਲਕਦਾ ਛੱਡ ਕੇ ਉਹ ਇਸ ਧਰਤੀ ਤੋਂ ਵਿਦਾ ਹੋ ਗਿਆ। ਜਿਹੜਾ ਆਪਣੇ ਪਰਿਵਾਰ ਦਾ ਤੇ ਆਪਣੀ ਸਿਹਤ ਦਾ ਵੀ ਖਿਆਲ ਨਹੀਂ ਰੱਖ ਸਕਿਆ, ਭਲਾ ਮੇਰਾ ਉਹ ਖਿਆਲ ਕਿਵੇਂ ਰੱਖ ਸਕੇਗਾ। ਇਹਨਾਂ ਦੁਖਦਾਈ ਘਟਨਾਵਾਂ ਤੇ ਹੰਝੂ ਹੀ ਬਹਾਏ ਜਾ ਸਕਦੇ ਨੇ। ਆਖੋ ਸਤਨਾਮ।